ਤੁਸੀਂ ਸੁਣ ਰਹੇ ਹੋ ਬਾਤਾਂ ਦੇਸ਼ ਵਿਦੇਸ਼ ਦੀਆਂ ਵਿੱਚੋਂ ਅਗਲੀ ਬਾਤ ਸੋਨੇ ਦੇ ਸੇਬ। ਇੱਕ ਰਾਜੇ ਦੇ 3 ਪੁੱਤਰ ਸਨ। ਉਹਨਾਂ ਵਿੱਚੋਂ ਵੱਡੇ 2 ਪੁੱਤਰ ਤਾਂ ਬੜੇ ਸਿਆਣੇ ਮੰਨੇ ਜਾਂਦੇ ਸਨ, ਪਰ ਸਭ ਤੋਂ ਨਿੱਕੇ ਨੂੰ ਐਵੇਂ ਸਿਧਰਾ ਜਿਹਾ ਹੀ ਸਮਝਿਆ ਜਾਂਦਾ ਸੀ। ਰਾਜੇ ਦੇ ਬਾਗ ਵਿੱਚ ਇੱਕ ਸੇਬਾਂ ਦਾ ਬੂਟਾ ਸੀ। ਉਸ ਨੂੰ ਸੋਨੇ ਦੇ ਸੇਬ ਲੱਗਦੇ ਹੁੰਦੇ ਸਨ, ਪਰ ਇੱਕ ਸਾਲ ਵਿੱਚ ਕੇਵਲ 3 ਹੀ ਸੇਬ ਲੱਗਦੇ ਸਨ, ਯਾਨੀ ਕਿ ਤਿੰਨਾਂ ਰਾਜਕੁਮਾਰਾਂ ਲਈ ਇੱਕ ਸੇਬ ਲੱਗਦਾ ਸੀ। ਇੱਕ ਵਾਰ ਏਦਾਂ ਹੋਇਆ ਕਿ ਤਿੰਨੇ ਸੇਬ ਅਲੋਪ ਹੋ ਗਏ। ਕਿਸੇ ਨੂੰ ਭੋਰਾ ਵੀ ਭਿਣਕ ਨਾ ਪਈ ਕਿ ਸੇਬ ਕਿੱਧਰ ਗਏ। ਆਖਿਰ ਇਹ ਚੋਰੀ ਕਿਸਨੇ ਕੀਤੀ? ਅਗਲੇ ਸਾਲ ਜਦੋਂ ਫਿਰ ਸੇਬ ਲੱਗੇ ਤਾਂ ਵੱਡਾ ਰਾਜਕੁਮਾਰ ਇਸ ਦਾ ਪਤਾ ਲਾਉਣ ਲਈ ਬਾਗ ਵਿੱਚ ਗਿਆ। ਉਹ ਅੱਧੀ ਰਾਤ ਤੱਕ ਚੋਰ ਦਾ ਪਤਾ ਲਾਉਣ ਲਈ ਜਾਗਦਾ ਰਿਹਾ। ਫਿਰ ਉਸਨੂੰ ਨੀਂਦ ਨੇ ਐਸਾ ਢਾਇਆ ਕਿ ਉਸਦੀ ਜਾਗ ਸਵੇਰੇ ਹੀ ਖੁੱਲੀ। ਵੇਖਿਆ ਤਾਂ ਇੱਕ ਸੇਬ ਗਾਇਬ ਸੀ। ਅਗਲੇ ਦਿਨ ਦੂਸਰਾ ਰਾਜਕੁਮਾਰ ਸੇਬਾਂ ਦੀ ਰਾਖੀ ਲਈ ਗਿਆ। ਉਸ ਨਾਲ ਵੀ ਉਵੇਂ ਹੀ ਹੋਇਆ। ਇੱਕ ਹੋਰ ਸੇਬ ਗਾਇਬ ਸੀ। ਤੀਸਰੇ ਦਿਨ ਸਭ ਤੋਂ ਨਿੱਕਾ ਰਾਜਕੁਮਾਰ, ਜਿਸ ਨੂੰ ਮੂਰਖ ਅਤੇ ਸਿਧਰਾ ਸਮਝਿਆ ਜਾਂਦਾ ਸੀ, ਕਹਿਣ ਲੱਗਾ, ਅੱਜ ਮੈਂ ਜਾਵਾਂਗਾ ਸੇਬਾਂ ਦੀ ਰਾਖੀ ਕਰਨ ਲਈ। ਉਸਦੇ ਵੱਡੇ ਭਰਾਵਾਂ ਨੇ ਕਿਹਾ, ਤੂੰ ਤਾਂ ਰਹਿਣ ਹੀ ਦੇ। ਜੇ ਭਲਾ ਸਾਡੇ ਕੋਲੋਂ ਵੀ ਚੋਰੀ ਨਹੀਂ ਫੜੀ ਗਈ ਤਾਂ ਭਲਾ ਤੂੰ ਕਿੱਦਾਂ ਫੜ ਲਵੇਂਗਾ? ਪਰ ਉਸਨੇ ਸਾਰਿਆਂ ਦੀ ਗੱਲ ਅਣਗੌਲੀ ਕਰਕੇ ਆਪਣਾ ਕੋਟ ਪਹਿਨਿਆ ਤੇ ਸੇਬਾਂ ਦੇ ਬੂਟੇ ਹੇਠ ਜਾ ਕੇ ਲੰਮਾ ਪੈ ਗਿਆ। ਅੱਧੀ ਰਾਤ ਵੇਲੇ ਉੱਠਿਆ ਤੇ ਸੇਬ ਨੂੰ ਘੁੱਟ ਕੇ ਫੜ ਲਿਆ। ਉਸਨੂੰ ਅਚਾਨਕ ਉੱਡਦੇ ਹੰਸਾਂ ਦੀ ਫੜਫੜਾਹਟ ਸੁਣਾਈ ਦਿੱਤੀ। ਜਦੋਂ ਉਸਨੇ ਆਕਾਸ਼ ਵੱਲ ਝਾਤੀ ਮਾਰੀ ਤਾਂ ਕੀ ਵੇਖਦਾ ਹੈ ਕਿ ਇੱਕ ਬੜੇ ਹੀ ਖੂਬਸੂਰਤ ਹਵਾਈ ਕਿਸ਼ਤੀ ਆਣ ਕੇ ਹਵਾ ਵਿੱਚ ਰੁਕੀ। ਉਸ ਵਿੱਚੋਂ 2 ਆਦਮੀ ਬਾਹਰ ਨਿਕਲੇ। ਉਹਨਾਂ ਦੀਆਂ ਗੱਲਾਂ ਤੋਂ ਇਉਂ ਜਾਪਿਆ ਜਿਵੇਂ ਦੋਹਾਂ ਕੋਲ ਇੱਕੋ ਹੀ ਅੱਖ ਸੀ, ਜਿਸ ਨਾਲ ਉਹ ਦੋਵੇਂ ਵਾਰੀ-ਵਾਰੀ ਵੇਖਦੇ ਸਨ। ਉਹਨਾਂ ਵਿੱਚੋਂ ਇੱਕ ਨੇ ਦੂਸਰੇ ਨੂੰ ਕਿਹਾ, ਮੈਨੂੰ ਵੀ ਵੇਖਣ ਨੂੰ ਅੱਖ ਦੇ। ਜਦੋਂ ਉਹ ਆਪਣੀ ਅੱਖ ਕੱਢ ਕੇ ਦੇਣ ਲੱਗਾ ਤਾਂ ਨਿੱਕੇ ਰਾਜਕੁਮਾਰ ਨੇ ਝਟਪਟ ਟਾਹਣੀਆਂ ਦੇ ਵਿੱਚੋਂ ਦੀ, ਜਿੱਥੇ ਕਿ ਉਹ ਲੁਕ ਕੇ ਬੈਠਾ ਹੋਇਆ ਸੀ, ਅੱਖ ਫੜ ਲਈ। ਦੂਜੇ ਆਦਮੀ ਨੇ ਪਹਿਲੇ ਨੂੰ ਪੁੱਛਿਆ, ਕਿਉਂ ਬਈ, ਅੱਖ ਫੜ ਲਈ ਹੈ ਨਾ? ਤੂੰ ਮੈਨੂੰ ਅੱਖ ਫੜਾਉਂਦਾ ਤਾਂ ਮੈਂ ਫੜਦਾ, ਤੂੰ ਤਾਂ ਮੈਨੂੰ ਅੱਖ ਫੜਾਈ ਹੀ ਨਹੀਂ। ਹੱਦ ਹੋ ਗਈ। ਮੈਂ ਤਾਂ ਉਸੇ ਵੇਲੇ ਹੀ ਅੱਖ ਫੜਾ ਦਿੱਤੀ ਸੀ ਜਦੋਂ ਤੂੰ ਮੰਗੀ ਸੀ। ਇਹ ਸੁਣ ਕੇ ਪਹਿਲਾ ਆਦਮੀ ਕਹਿਣ ਲੱਗਾ, ਇਸ ਦਾ ਮਤਲਬ ਇਹ ਹੋਇਆ ਕਿ ਜ਼ਰੂਰ ਇੱਥੇ ਕੋਈ ਤੀਸਰਾ ਆਦਮੀ ਹੋਵੇਗਾ ਜਿਸ ਨੇ ਉਹ ਅੱਖ ਫੜ ਲਈ ਹੈ। ਇਹ ਸੁਣ ਕੇ ਨਿੱਕਾ ਰਾਜਕੁਮਾਰ ਬੋਲ ਪਿਆ, ਮੈਂ ਤੁਹਾਨੂੰ ਚੋਰਾਂ ਨੂੰ ਫੜ ਲਿਆ ਹੈ। ਤੁਹਾਡੀ ਅੱਖ ਮੇਰੇ ਕੋਲ ਏ, ਪਰ ਮੈਂ ਇਹ ਅੱਖ ਉਦੋਂ ਹੀ ਮੋੜਾਂਗਾ ਜਦੋਂ ਤੁਸੀਂ ਸਾਡੇ ਚੁਰਾਏ ਹੋਏ ਸੋਨੇ ਦੇ ਸੇਬ ਮੋੜੋਗੇ। ਉਹਨਾਂ ਨੂੰ ਸੇਬ ਮੋੜਨ ਲਈ ਵੀ ਤਾਂ ਅੱਖ ਦੀ ਲੋੜ ਪੈਣੀ ਸੀ। ਉਹਨਾਂ ਦੀ ਇਸ ਮਜਬੂਰੀ ਨੂੰ ਸਮਝਦਿਆਂ ਹੋਇਆਂ ਰਾਜਕੁਮਾਰ ਨੇ ਅੱਖ ਵਾਪਸ ਕਰ ਦਿੱਤੀ, ਪਰ ਬਦਲੇ ਵਿੱਚ ਉਹਨਾਂ ਵਿੱਚੋਂ ਇੱਕ ਨੂੰ ਆਪਣੇ ਕਬਜ਼ੇ ਵਿੱਚ ਰੱਖ ਲਿਆ। ਪਹਿਲਾ ਆਦਮੀ ਕਿਸ਼ਤੀ ਵਿੱਚ ਗਿਆ ਤੇ ਚੁਰਾਏ ਹੋਏ ਸਾਰੇ ਸੇਬ ਵਾਪਸ ਲਿਆ ਕੇ ਰਾਜਕੁਮਾਰ ਨੂੰ ਦੇ ਦਿੱਤੇ। ਉਹਨਾਂ ਨੂੰ ਚੋਰੀ ਦੀ ਸਜ਼ਾ ਅਤੇ ਜੁਰਮਾਨੇ ਦੇ ਤੌਰ ਤੇ ਉਹ ਅਦਭੁਤ ਕਿਸ਼ਤੀ ਵੀ ਉਸ ਨਿੱਕੇ ਰਾਜਕੁਮਾਰ ਨੂੰ ਦੇ ਦਿੱਤੀ। ਆਪ ਉਹ ਉੱਥੋਂ ਪੈਦਲ ਹੀ ਵਾਪਸ ਚਲੇ ਗਏ। ਅਗਲੀ ਸਵੇਰ ਵੱਡਾ ਰਾਜਕੁਮਾਰ ਭੱਜਾ ਭੱਜਾ ਪਤਾ ਲੈਣ ਆਇਆ ਕਿ ਨਿੱਕੇ ਨੇ ਰਾਤ ਕੀ ਕੀਤਾ ਹੈ। ਜਦੋਂ ਉਸਨੇ ਨਿੱਕੇ ਦੀ ਕਾਰਗੁਜ਼ਾਰੀ ਵੇਖੀ ਤਾਂ ਹੱਕਾ ਬੱਕਾ ਰਹਿ ਗਿਆ। ਉਹ ਭੱਜ ਕੇ ਆਪਣੇ ਪਿਤਾ ਰਾਜਾ ਜੀ ਕੋਲ ਗਿਆ ਤੇ ਕਿਹਾ, ਪਿਤਾ ਜੀ, ਚੱਲ ਕੇ ਵੇਖੋ ਤਾਂ ਸਹੀ, ਨਿੱਕਾ ਬਹੁਤ ਸੋਹਣੇ ਅਤੇ ਅਲੰਕਾਰ ਪੰਘੂੜੇ ਵਿੱਚ ਸੁੱਤਾ ਹੋਇਆ ਹੈ। ਇਹ ਸੁਣ ਕੇ ਸਾਰੇ ਜਣੇ ਬਾਗ ਵੱਲ ਨੂੰ ਦੌੜੇ। ਉਹਨਾਂ ਨੇ ਵੇਖਿਆ ਕਿ ਜਿਸ ਨੂੰ ਉਹ ਸਿਧਰਾ ਜਿਹਾ ਸਮਝ ਕੇ ਨਕਾਰ ਛੱਡਦੇ ਸਨ, ਉਹ ਕਿੰਨੀ ਸੋਹਣੇ ਪੰਘੂੜੇ ਕਿਸ਼ਤੀ ਵਿੱਚ ਆਰਾਮ ਨਾਲ ਸੁੱਤਾ ਪਿਆ ਹੈ ਤੇ ਉਸਦੇ ਆਲੇ ਦੁਆਲੇ ਸੁਨਹਿਰੀ ਸੇਬ ਖਿਲਰੇ ਪਏ ਹਨ। ਆਹਟ ਸੁਣ ਕੇ ਉਹ ਇੱਕਦਮ ਉੱਠਿਆ ਤੇ ਸਾਰੇ ਸੇਬ ਆਪਣੇ ਪਿਤਾ ਜੀ ਨੂੰ ਸੌਂਪ ਦਿੱਤੇ। ਉਸਦੇ ਪਿਤਾ ਨੇ ਖੁਸ਼ ਹੋ ਕੇ ਉਸਨੂੰ ਕਿਹਾ, ਮੈਨੂੰ ਹੁਣ ਤੂੰ ਆਪਣੀ ਕੋਈ ਮਨ ਦੀ ਇੱਛਾ ਦੱਸ, ਤੂੰ ਕੀ ਚਾਹੁੰਦਾ ਏ? ਰਾਜਕੁਮਾਰ ਨੇ ਕਿਹਾ, ਮੈਂ ਦੂਰ ਪਹਾੜਾਂ ਤੇ ਜਾ ਕੇ ਦੁਨੀਆ ਵੇਖਣੀ ਚਾਹੁੰਦਾ ਹਾਂ। ਉਸਦੇ ਪਿਤਾ ਨੇ ਖੁਸ਼ੀ-ਖੁਸ਼ੀ ਇਜਾਜ਼ਤ ਦੇ ਦਿੱਤੀ। ਉਹ ਉੱਡਣ ਤਸ਼ਤਰੀ ਤੇ ਚੜ੍ਹ ਕੇ ਦੂਰ ਪਹਾੜਾਂ ਦੇ ਉੱਪਰੋਂ ਦੀ ਉੱਡਦਾ ਹੋਇਆ ਹੇਠਾਂ ਜੰਗਲਾਂ ਨੂੰ ਵੇਖਦਾ ਹੋਇਆ ਲੰਘ ਰਿਹਾ ਸੀ। ਅਚਾਨਕ ਉਸਦੇ ਹੇਠਾਂ ਇੱਕ ਬਹੁਤ ਹੀ ਮੋਟਾ ਆਦਮੀ ਵੇਖਿਆ ਜੋ ਹਰ ਤਰ੍ਹਾਂ ਦੇ ਤਰਲ ਪਦਾਰਥ ਪੀਵੀ ਹੀ ਜਾ ਰਿਹਾ ਸੀ। ਰਾਜਕੁਮਾਰ ਨੇ ਆਪਣੀ ਤਸ਼ਤਰੀ ਉਹਦੇ ਲਾਗੇ ਉਤਾਰ ਕੇ ਉਸਨੂੰ ਪੁੱਛਿਆ, ਤੂੰ ਕੀ ਕਰ ਰਿਹਾ ਏਂ? ਉਸ ਮੋਟੇ ਆਦਮੀ ਨੇ ਜਵਾਬ ਵਿੱਚ ਕਿਹਾ, ਮੈਂ ਇੰਨਾ ਜ਼ਿਆਦਾ ਪਿਆਸਾ ਹਾਂ ਕਿ ਮੈਨੂੰ ਜੋ ਵੀ ਪੀਣ ਨੂੰ ਲੱਭਦਾ ਹੈ ਮੈਂ ਪੀਵੀ ਜਾ ਰਿਹਾ ਹਾਂ। ਮੈਂ 300 ਡਰਮ ਬੀਅਰ ਦੇ ਪੀ ਲਏ ਹਨ, ਪਰ ਮੈਨੂੰ ਹਾਲੇ ਵੀ ਤ੍ਰੇਹ ਲੱਗੀ ਹੋਈ ਹੈ। ਰਾਜਕੁਮਾਰ ਨੇ ਕਿਹਾ, ਕੀ ਤੁਸੀਂ ਮੇਰੇ ਨਾਲ ਜਾਣਾ ਚਾਹੋਗੇ? ਉਸ ਆਦਮੀ ਨੇ ਕਿਹਾ, ਹਾਂ ਹਾਂ, ਕਿਉਂ ਨਹੀਂ। ਤਦ ਰਾਜਕੁਮਾਰ ਨੇ ਕਿਹਾ, ਮੇਰੀ ਉੱਡਣ ਤਸ਼ਤਰੀ ਵਿੱਚ ਚੜ੍ਹ ਜਾ।
ਉਹ ਆਦਮੀ ਕਿਸ਼ਤੀ ਵਿੱਚ ਬੈਠ ਗਿਆ। ਉਸਦੀ ਕਿਸ਼ਤੀ ਹਵਾ ਵਿੱਚ ਉਨੀ ਦੇਰ ਲਗਾਤਾਰ ਉੜਦੀ ਗਈ ਜਦੋਂ ਤੱਕ ਰਾਜਕੁਮਾਰ ਨੂੰ ਇੱਕ ਹੋਰ ਆਦਮੀ ਨਹੀਂ ਦਿਸ ਪਿਆ, ਜਿਹੜਾ ਕਿ ਧਰਤੀ ਉੱਤੇ ਪਈ ਹਰ ਹੱਡੀ ਨੂੰ ਲਗਾਤਾਰ ਹੜੱਪ ਕਰੀ ਜਾ ਰਿਹਾ ਸੀ। ਉਸ ਨੂੰ ਏਦਾਂ ਕਰਦੇ ਨੂੰ ਵੇਖ ਕੇ ਰਾਜਕੁਮਾਰ ਨੇ ਪੁੱਛਿਆ, ਇਹ ਤੂੰ ਹੱਡੀਆਂ ਕਿਉਂ ਹੜੱਪ ਕਰੀ ਜਾ ਰਿਹਾ ਏ? ਉਸ ਆਦਮੀ ਨੇ ਕਿਹਾ, ਮੈਂ ਭੁੱਖ ਨਾਲ ਇੰਨਾ ਜ਼ਿਆਦਾ ਤੜਫ ਰਿਹਾ ਹਾਂ ਕਿ ਮੈਨੂੰ ਜੋ ਵੀ ਲੱਭਦਾ ਹੈ ਖਾਈ ਤੁਰਿਆ ਜਾ ਰਿਹਾ ਹਾਂ। ਮੈਂ 300 ਮੋਟੇ-ਮੋਟੇ ਬਲਦਾਂ ਨੂੰ ਖਾ ਚੁੱਕਾ ਹਾਂ, ਪਰ ਹਾਲੇ ਵੀ ਮੇਰੀ ਭੁੱਖ ਨਹੀਂ ਮਿਟੀ। ਮੋਟੇ ਆਦਮੀ ਨੇ ਕਿਹਾ, ਕੀ ਤੂੰ ਸਾਡੇ ਨਾਲ ਜਾਣਾ ਪਸੰਦ ਕਰੇਗਾ? ਹਾਂ, ਕਿਉਂ ਨਹੀਂ, ਇਹ ਕਹਿ ਕੇ ਉਹ ਵੀ ਉਡਨ ਤਸ਼ਤਰੀ ਵਿੱਚ ਸਵਾਰ ਹੋ ਗਿਆ। ਕਿਸ਼ਤੀ ਫੇਰ ਉੜਦੀ ਗਈ। ਉਹਨਾਂ ਨੂੰ ਫਿਰ ਇੱਕ ਹੋਰ ਆਦਮੀ ਦਿਸਿਆ ਜੋ ਕਿ ਆਪਣਾ ਕੰਨ ਧਰਤੀ ਨੂੰ ਲਾ ਕੇ ਕੁਝ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੂੰ ਪੁੱਛਿਆ ਕਿ ਇਹ ਤੂੰ ਕੀ ਕਰ ਰਿਹਾ ਏ? ਮੈਂ ਧਰਤੀ ਨਾਲ ਕੰਨ ਲਾ ਕੇ ਸੁਣ ਰਿਹਾ ਹਾਂ ਕਿ ਇਹ ਘਾਹ ਇੱਕ ਦਿਨ ਵਿੱਚ ਕਿੰਨਾ ਉੱਗਦਾ ਹੈ। ਉਸ ਆਦਮੀ ਨੇ ਕਿਹਾ, ਕੀ ਤੂੰ ਸੱਚਮੁੱਚ ਉੱਗ ਰਹੇ ਘਾਹ ਦੀ ਆਵਾਜ਼ ਸੁਣ ਸਕਦਾ ਹੈ? ਰਾਜਕੁਮਾਰ ਨੇ ਪੁੱਛਿਆ। ਜਦੋਂ ਘਾਹ ਉੱਗਦਾ ਹੈ ਉਦੋਂ ਤਿੜ-ਤਿੜ ਕਰਦਾ ਹੋਇਆ ਉੱਗਦਾ ਹੈ। ਇਹ ਤਿੜ-ਤਿੜ ਦੀ ਆਵਾਜ਼ ਮੈਂ ਸੁਣ ਸਕਦਾ ਹਾਂ। ਕੀ ਤੂੰ ਸਾਡੇ ਨਾਲ ਉਡਨ ਤਸ਼ਤਰੀ ਵਿੱਚ ਚੱਲੇਗਾ? ਹਾਂ, ਜ਼ਰੂਰ ਚੱਲੂਗਾ। ਇਹ ਕਹਿ ਕੇ ਉਹ ਵੀ ਉਡਨ ਤਸ਼ਤਰੀ ਵਿੱਚ ਸਵਾਰ ਹੋ ਗਿਆ। ਤਸ਼ਤਰੀ ਉੜਦੀ ਗਈ। ਚਲਦਿਆਂ ਚਲਦਿਆਂ ਉੱਪਰੋਂ ਉਹਨਾਂ ਨੇ ਦੋ ਹੋਰ ਆਦਮੀ ਧਰਤੀ ਤੇ ਖੜੇ ਦੇਖੇ ਜੋ ਇੱਕ ਬਾਜ਼ ਤੇ ਨਿਸ਼ਾਨਾ ਬੰਨੀ ਖੜੇ ਸਨ। ਪੰਛੀ ਬਹੁਤ ਹੀ ਉੱਚਾ ਉੱਡ ਰਿਹਾ ਸੀ। ਉਹਨਾਂ ਵਿੱਚੋਂ ਇੱਕ ਆਦਮੀ ਨੇ ਪੰਛੀ ਨੂੰ ਮਾਰ ਕੇ ਹੇਠਾਂ ਸੁੱਟ ਲਿਆ ਅਤੇ ਦੂਸਰੇ ਨੇ ਪੰਛੀ ਦੇ ਡਿੱਗਣ ਤੋਂ ਪਹਿਲਾਂ ਹੀ ਉਸ ਨੂੰ ਬੋਚ ਲਿਆ। ਰਾਜਕੁਮਾਰ ਨੇ ਉਹਨਾਂ ਦੋਹਾਂ ਨੂੰ ਵੀ ਆਪਣੇ ਨਾਲ ਹੀ ਤਸ਼ਤਰੀ ਵਿੱਚ ਬਿਠਾ ਲਿਆ। ਫਿਰ ਉਹਨਾਂ ਦੀ ਕਿਸ਼ਤੀ ਉੜਦੀ ਗਈ। ਉਹਨਾਂ ਨੇ ਫਿਰ ਉੱਪਰੋਂ ਇੱਕ ਉੱਚਾ ਪਹਾੜ ਵੇਖਿਆ। ਹੇਠਾਂ ਬਹੁਤ ਗਰਜਦੀਆਂ ਆਵਾਜ਼ਾਂ ਅਤੇ ਕਾਲੇ ਬੱਦਲਾਂ ਵਿੱਚ ਲਿਸ਼ਕਦੀ ਬਿਜਲੀ ਜਿਹੀ ਨਜ਼ਰ ਆਈ। ਰਤਾ ਕੁ ਹੋਰ ਹੇਠਾਂ ਵੇਖਿਆ ਤਾਂ ਦੋ ਆਦਮੀ ਇੱਕ ਪਹਾੜੀ ਤੇ ਖੜੇ ਉੱਪਰ ਵੱਲ ਹੱਥ ਹਿਲਾ ਰਹੇ ਸਨ। ਰਾਜਕੁਮਾਰ ਨੇ ਉੱਚੀ ਆਵਾਜ਼ ਵਿੱਚ ਪੁੱਛਿਆ, ਤੁਸੀਂ ਏਦਾਂ ਹੱਥ ਕਿਉਂ ਹਿਲਾਈ ਜਾ ਰਹੇ ਹੋ? ਅਸੀਂ ਹਵਾ ਨੂੰ ਇਕੱਠਿਆਂ ਕਰਕੇ ਜ਼ਬਰਦਸਤ ਤੂਫਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਅਸੀਂ ਸਦੀਵੀ ਰਹਿਣ ਵਾਲੇ ਸੁਹਾਵਣੇ ਮੌਸਮ ਤੋਂ ਉਕਤਾ ਗਏ ਹਾਂ। ਕੀ ਤੁਸੀਂ ਸਾਡੇ ਨਾਲ ਜਾਣਾ ਪਸੰਦ ਕਰੋਗੇ? ਹਾਂ, ਚਲੋ। ਇਹ ਕਹਿ ਕੇ ਉਹ ਵੀ ਤਸ਼ਤਰੀ ਵਿੱਚ ਬੈਠ ਗਏ। ਤੂਫਾਨ ਥੰਮ ਗਿਆ। ਹਵਾ ਵਿੱਚ ਉੱਡਦੀ ਹੋਈ ਤਸ਼ਤਰੀ ਇੱਕ ਬਹੁਤ ਵੱਡੇ ਸ਼ਹਿਰ ਵਿੱਚ ਪਹੁੰਚ ਗਈ। ਫਿਰ ਉਹ ਤਸ਼ਤਰੀ ਵਿੱਚ ਬੈਠੇ ਹੇਠਾਂ ਧਰਤੀ ਤੇ ਆ ਗਏ। ਰਾਜਕੁਮਾਰ ਆਪਣੇ ਸਾਰੇ ਦੋਸਤਾਂ ਨੂੰ ਉੱਥੇ ਹੀ ਛੱਡ ਕੇ ਆਪ ਸ਼ਰਾਬਖਾਨੇ ਚਲਿਆ ਗਿਆ। ਉਸ ਸ਼ਰਾਬਖਾਨੇ ਦੇ ਮਾਲਕ ਨੂੰ ਪੁੱਛਿਆ ਕਿ ਇਸ ਜਗ੍ਹਾ ਹਰ ਖਿੜਕੀ ਦੇ ਅੱਗੇ ਹਾਰ ਅਤੇ ਛੱਤ ਉੱਤੇ ਝੰਡੇ ਕਿਉਂ ਲੱਗੇ ਹੋਏ ਹਨ। ਤਾਂ ਉਸਨੇ ਦੱਸਿਆ ਕਿ ਅੱਜ ਸਾਡੇ ਰਾਜੇ ਦੀ ਬੇਟੀ ਨੇ ਆਪਣਾ ਵਰ ਚੁਣਨਾ ਹੈ, ਇਸ ਲਈ ਇਹ ਸਜਾਵਟ ਕੀਤੀ ਗਈ ਹੈ। ਅੱਜ ਸ਼ਾਮ ਨੂੰ ਰਾਜਕੁਮਾਰੀ ਇਸ ਫੁੱਲਾਂ ਵਾਲੀ ਖਿੜਕੀ ਵਿੱਚ ਖੜੀ ਹੋ ਜਾਵੇਗੀ ਅਤੇ ਉਸ ਦਿਸ਼ਾ ਵੱਲੋਂ ਰਾਜਕੁਮਾਰ ਆਉਣਗੇ। ਉਹ ਵਾਰੀ-ਵਾਰੀ ਖਿੜਕੀ ਦੇ ਅੱਗਿਓਂ ਹੋ ਕੇ ਲੰਘੀ ਜਾਣਗੇ ਅਤੇ ਜਿਸ ਰਾਜਕੁਮਾਰ ਵੱਲ ਰਾਜਕੁਮਾਰੀ ਆਪਣਾ ਹਾਰ ਸੁੱਟੇਗੀ, ਉਹ ਰਾਜਕੁਮਾਰ ਉਸ ਦਾ ਵਰ ਮੰਨ ਲਿਆ ਜਾਵੇਗਾ। ਵਾਹ! ਕੀ ਮੈਂ ਇਹ ਨਜ਼ਾਰਾ ਵੇਖ ਸਕਦਾ ਹਾਂ? ਹਾਂ, ਜ਼ਰੂਰ ਵੇਖ ਸਕਦੇ ਹੋ। ਰਾਜਕੁਮਾਰ ਮਹਿਲ ਦੇ ਅੰਦਰ ਥੋੜੀ ਦੂਰੀ ਤੇ ਖਲੋ ਕੇ ਵੇਖਣ ਲੱਗ ਪਿਆ। ਵਾਰੀ-ਵਾਰੀ ਸਾਰੇ ਰਾਜਕੁਮਾਰ ਖਿੜਕੀ ਦੇ ਕੋਲੋਂ ਦੀ ਲੰਘਦੇ ਗਏ, ਪਰ ਰਾਜਕੁਮਾਰੀ ਨੇ ਕਿਸੇ ਵੱਲ ਵੀ ਆਪਣਾ ਹਾਰ ਨਾ ਸੁੱਟਿਆ। ਫਿਰ ਰਾਜਕੁਮਾਰੀ ਦੇ ਪਿਤਾ ਨੇ ਫਿਕਰ ਜਿਹਾ ਕਰਦਿਆਂ ਪੁੱਛਿਆ, ਬੇਟੀ, ਤੂੰ ਇਹ ਹਾਰ ਕਿਸੇ ਵੱਲ ਕਿਉਂ ਨਹੀਂ ਸੁੱਟਿਆ? ਕੀ ਤੈਨੂੰ ਇਹਨਾਂ ਵਿੱਚੋਂ ਕੋਈ ਵੀ ਨਹੀਂ ਜਚਿਆ? ਪਿਤਾ ਜੀ, ਸਾਰੇ ਰਾਜਕੁਮਾਰ ਖਿੜਕੀ ਦੇ ਅੱਗਿਓਂ ਨਹੀਂ ਲੰਘੇ। ਹਾਲੇ ਵੀ ਇੱਕ ਜਣਾ ਪਰਾ ਕੰਧ ਨਾਲ ਲੱਗ ਕੇ ਖੜਾ ਹੈ। ਉਸ ਵੇਲੇ ਰਾਜੇ ਦੇ ਹੁਕਮ ਨਾਲ ਲੋਕ ਉਸ ਵੱਲ ਦੌੜੇ ਅਤੇ ਬੜੇ ਤਰਲੇ ਨਾਲ ਜਾ ਕੇ ਕਿਹਾ ਕਿ ਸਾਡੀ ਰਾਜਕੁਮਾਰੀ ਦੀ ਇੱਛਾ ਹੈ ਕਿ ਉਹ ਵੀ ਉਸ ਖਿੜਕੀ ਦੇ ਅੱਗਿਓਂ ਦੀ ਇੱਕ ਵਾਰ ਜ਼ਰੂਰ ਲੰਘੇ। ਰਾਜਕੁਮਾਰ ਨੇ ਕਿਹਾ ਕਿ ਬਹੁਤ ਲੰਬੇ ਸਫ਼ਰ ਵਿੱਚ ਰਹਿਣ ਕਾਰਨ ਉਸਦੇ ਕੱਪੜੇ ਵੀ ਬਹੁਤ ਫਟੇ ਪੁਰਾਣੇ ਹੋ ਗਏ ਹਨ, ਬੂਟ ਵੀ ਟੁੱਟ ਚੁੱਕੇ ਹਨ, ਜਿਸ ਕਰਕੇ ਉਹ ਸ਼ਾਮਿਲ ਨਹੀਂ ਹੋ ਸਕੇਗਾ। ਪਰ ਲੋਕਾਂ ਨੇ ਜਿੱਦ ਕਰਕੇ ਉਸ ਨੂੰ ਉਸ ਖਿੜਕੀ ਅੱਗਿਓਂ ਲੰਘਣ ਲਈ ਮਨਾ ਹੀ ਲਿਆ। ਹੁਣ ਸਾਰੇ ਰਾਜਕੁਮਾਰ ਇੱਕ ਵਾਰੀ ਫਿਰ ਖਿੜਕੀ ਅੱਗਿਓਂ ਲੰਘ ਰਹੇ ਸਨ। ਇਹ ਰਾਜਕੁਮਾਰ ਕਤਾਰ ਵਿੱਚ ਸਭ ਤੋਂ ਪਿੱਛੇ ਆ ਰਿਹਾ ਸੀ। ਜਦੋਂ ਅਖੀਰ ਵਿੱਚ ਇਹ ਖਿੜਕੀ ਦੇ ਅੱਗਿਓਂ ਲੰਘਣ ਲੱਗਾ ਤਾਂ ਰਾਜਕੁਮਾਰੀ ਨੇ ਆਪਣਾ ਹਾਰ ਉਸ ਵੱਲ ਸੁੱਟ ਦਿੱਤਾ। ਉਸ ਨੂੰ ਆਪਣਾ ਵਰ ਸਵੀਕਾਰ ਕਰ ਲਿਆ। ਉਸਦੇ ਚੁਣੇ ਜਾਣ ਤੇ ਸਭ ਨੂੰ ਬੜੀ ਹੈਰਾਨੀ ਅਤੇ ਈਰਖਾ ਹੋਈ। ਉਹਨਾਂ ਨੇ ਸੋਚਿਆ ਕਿ ਇੱਕ ਅਸਲੋਂ ਹੀ ਅਜਨਬੀ ਰਾਜਾ ਕਿਵੇਂ ਬਣ ਸਕਦਾ ਹੈ। ਉਸ ਨੂੰ ਕਿਹਾ ਗਿਆ ਕਿ ਉਹ 24 ਘੰਟਿਆਂ ਦੇ ਅੰਦਰ ਅੰਦਰ ਆਪਣਾ ਪਛਾਣ ਪੱਤਰ ਪੇਸ਼ ਕਰੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹ ਕਿੱਥੋਂ ਦੇ ਰਾਜੇ ਦਾ ਪੁੱਤਰ ਹੈ ਅਤੇ ਕੌਣ ਹੈ। ਰਾਜਕੁਮਾਰ ਨੇ ਪੁੱਛਿਆ ਕਿ ਕੀ ਉਹ ਆਪਣੀ ਜਗ੍ਹਾ ਕਿਸੇ ਹੋਰ ਨੂੰ ਭੇਜ ਸਕਦਾ ਹੈ। ਉਹਨਾਂ ਨੇ ਕਿਹਾ ਕਿ ਹਾਂ, ਉਹ ਆਪਣੀ ਜਗ੍ਹਾ ਜਿਸ ਨੂੰ ਮਰਜ਼ੀ ਭੇਜ ਸਕਦਾ ਹੈ।
ਉਸਨੇ ਫਿਰ ਆਪਣੇ ਸਾਥੀਆਂ ਵਿੱਚੋਂ ਉਸ ਸ਼ਖਸ ਨੂੰ ਬੁਲਾਇਆ ਜਿਸਨੇ ਫੁਰਤੀ ਨਾਲ ਬਾਜ਼ ਨੂੰ ਹਵਾ ਵਿੱਚੋਂ ਬੋਚ ਲਿਆ ਸੀ। ਉਸਨੇ ਕਿਹਾ ਕਿ ਉਹ ਮਿੱਥੇ ਸਮੇਂ ਤੋਂ ਪਹਿਲਾਂ ਹੀ ਸਾਰ ਕਾਗਜ਼ ਲੈ ਆਵੇਗਾ। ਉਹ ਚਲਿਆ ਗਿਆ। 5 ਮਿੰਟਾਂ ਵਿੱਚ ਹੀ ਤਸ਼ਤਰੀ ਉੱਤੇ ਉੱਡ ਕੇ ਪਹੁੰਚ ਗਿਆ। ਝਟਪਟ ਹੀ ਉਸਦੇ ਪਿਤਾ ਪਾਸੋਂ ਸਾਰੇ ਦਸਤਾਵੇਜ਼ ਲੈ ਕੇ ਪਹੁੰਚਣ ਹੀ ਵਾਲਾ ਸੀ ਕਿ ਰਸਤੇ ਵਿੱਚ ਇੱਕ ਨਾਖਾ ਦੇ ਰੁੱਖ ਹੇਠਾਂ ਸੌਂ ਗਿਆ। ਰਾਜਕੁਮਾਰ ਨੇ ਵੇਖਿਆ ਕਿ ਮਿੱਥੇ ਸਮੇਂ ਮੁਤਾਬਕ 1 ਘੰਟਾ ਹੀ ਬਚਿਆ ਹੈ। ਉਹ ਪਤਾ ਨਹੀਂ ਸਮੇਂ ਸਿਰ ਪਹੁੰਚ ਵੀ ਸਕੇਗਾ ਕਿ ਨਹੀਂ। ਉਹ ਪਰੇਸ਼ਾਨੀ ਵਿੱਚ ਇੱਧਰ ਉੱਧਰ ਘੁੰਮਣ ਲੱਗਾ। ਫਿਰ ਉਸਦੇ ਸਾਥੀ ਨੇ ਧਰਤੀ ਨੂੰ ਕੰਨ ਲਾ ਕੇ ਅੰਦਾਜ਼ਾ ਲਾ ਕੇ ਦੱਸਿਆ ਕਿ ਉਹ ਇੱਥੋਂ ਕੇਵਲ 15 ਮੀਲ ਦੂਰ ਘੂਕ ਸੁੱਤਾ ਪਿਆ ਹੈ, ਕਿਉਂਕਿ ਉਸਦੇ ਘਰਾੜਿਆਂ ਦੀ ਆਵਾਜ਼ ਉਹ ਸੁਣ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸ਼ਰਤਾਂ ਰੱਖੀਆਂ ਜੋ ਕਿ ਉਸਨੇ ਰਸਤੇ ਵਿੱਚ ਮਿਲੇ ਸਾਥੀਆਂ ਦੀ ਮਦਦ ਨਾਲ ਪੂਰੀਆਂ ਕਰ ਲਈਆਂ। ਰਾਜਕੁਮਾਰੀ ਦਾ ਇਸ ਰਾਜਕੁਮਾਰ ਨਾਲ ਵਿਆਹ ਕਰ ਦਿੱਤਾ ਗਿਆ। ਬਾਕੀ ਸਾਰੇ ਰਾਜਕੁਮਾਰਾਂ ਨੇ ਇਸ ਵਿੱਚ ਆਪਣੀ ਹੇਠੀ ਮਹਿਸੂਸ ਕੀਤੀ ਅਤੇ ਸਾਰਿਆਂ ਨੇ ਸਲਾਹ ਕਰਕੇ ਉਸ ਰਾਜਕੁਮਾਰੀ ਦੇ ਪਿਤਾ ਦੀ ਰਾਜਧਾਨੀ ਤੇ ਹਮਲਾ ਬੋਲ ਦਿੱਤਾ। ਰਾਜੇ ਨੇ ਆਪਣੇ ਨਵੇਂ ਬਣੇ ਦਾਮਾਦ ਨੂੰ ਕਿਹਾ ਕਿ ਦੁਸ਼ਮਣ ਨੇ ਸਾਰੇ ਪਾਸਿਓਂ ਸ਼ਹਿਰ ਨੂੰ ਘੇਰ ਲਿਆ ਹੈ ਅਤੇ ਮੇਰੇ ਕੋਲ ਬਹੁਤ ਥੋੜੀ ਸੈਨਾ ਹੈ, ਆਪਾਂ ਹੁਣ ਕੀ ਕਰੀਏ। ਰਾਜਕੁਮਾਰ ਦਾਮਾਦ ਨੇ ਕਿਹਾ, ਤੁਸੀਂ ਬਿਲਕੁਲ ਚਿੰਤਾ ਨਾ ਕਰੋ ਪਿਤਾ ਜੀ, ਮੈਂ ਜੋ ਹੈਗਾ ਮੈਂ ਸਭ ਸੰਭਾਲ ਲਵਾਂਗਾ। ਫਿਰ ਉਹ ਆਪਣੀ ਉਡਨ ਤਸ਼ਤਰੀ ਵੱਲ ਗਿਆ ਅਤੇ ਆਪਣੇ ਉਹਨਾਂ 2 ਸਾਥੀਆਂ ਕੋਲ ਗਿਆ ਜਿਨ੍ਹਾਂ ਨੂੰ ਉਹ ਸਭ ਤੋਂ ਅਖੀਰ ਵਿੱਚ ਮਿਲਿਆ ਸੀ। ਉਹਨਾਂ ਨੂੰ ਬੜੀ ਨਿਮਰਤਾ ਨਾਲ ਕਿਹਾ, ਮੇਰੇ ਪਿਆਰੇ ਧਰਮ ਦੇ ਭਰਾਵੋ, ਅਸੀਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਏ ਹਾਂ। ਦੁਸ਼ਮਣ ਨੇ ਸਾਰੇ ਸ਼ਹਿਰ ਨੂੰ ਘੇਰਾ ਪਾ ਲਿਆ ਹੈ। ਮੈਨੂੰ ਤੁਹਾਡੀ ਮਦਦ ਦੀ ਲੋੜ ਹੈ। ਤੁਸੀਂ ਹੁਕਮ ਕਰੋ, ਅਸੀਂ ਤੁਹਾਡੀ ਦੋਸਤੀ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ। ਤੁਸੀਂ ਮੇਰੀ ਉਡਨ ਤਸ਼ਤਰੀ ਲੈ ਜਾਓ ਅਤੇ ਆਕਾਸ਼ ਵਿੱਚ ਜਾ ਕੇ ਇਹੋ ਜਿਹੀ ਹਨੇਰੀ ਅਤੇ ਤੂਫਾਨ ਚਲਾ ਦਿਓ ਕਿ ਦੁਸ਼ਮਣ ਡਰ ਕੇ ਮੈਦਾਨ ਛੱਡ ਦੇਵੇ। ਦੋਵੇਂ ਜਣੇ ਉਡਨ ਤਸ਼ਤਰੀ ਵਿੱਚ ਬੈਠ ਕੇ ਬੱਦਲਾਂ ਕੋਲ ਪਹੁੰਚੇ ਅਤੇ ਜ਼ੋਰੋ ਜ਼ੋਰ ਹੱਥ ਹਿਲਾਉਣ ਲੱਗ ਪਏ। ਭਿਆਨਕ ਤੂਫਾਨ ਚੱਲ ਪਿਆ। ਸਭ ਕੁਝ ਦਿਸਣੋਂ ਹੀ ਹਟ ਗਿਆ। ਹਮਲਾਵਰ ਡਰ ਗਏ। ਸਿਪਾਹੀ ਵੀ ਡਰਦੇ ਮਾਰੇ ਘਰਾਂ ਨੂੰ ਭੱਜ ਗਏ। ਬਾਹਰੋਂ ਆਏ ਰਾਜਕੁਮਾਰ ਨਵੇਂ ਰਾਜਕੁਮਾਰ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਨੂੰ ਵਿਆਹ ਦੀਆਂ ਸ਼ੁਭ ਇਸ਼ਾਵਾਂ ਦੇ ਕੇ ਵਾਪਸ ਚਲੇ ਗਏ। ਰਾਜਕੁਮਾਰ ਦੇ ਨਾਲ ਆਏ ਸਾਥੀਆਂ ਨੇ ਰਾਜਕੁਮਾਰ ਨੂੰ ਕਿਹਾ, ਰਾਜਕੁਮਾਰ ਦੋਸਤ, ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਚਲਦੇ ਹਾਂ। ਰਾਜਕੁਮਾਰ ਨੇ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਅਤੇ ਮਿਲਦੇ ਰਹਿਣ ਦੀ ਉਮੀਦ ਨਾਲ ਅਲਵਿਦਾ ਆਖੀ। ਧੰਨਵਾਦ।